देखो हेडिंग लिखो इंश्योरेंस क्लेम्स। ਉਹਦੇ ਲਈ ਜਸਟ ਇੱਕ ਕੁਐਸਚਨ ਲਈ ਜਗ੍ਹਾ ਰੱਖ ਲਓ, ਮੈਂ ਤੁਹਾਨੂੰ ਜਾਂਦੇ ਐਕਸਪਲੇਨ ਕਰ ਦੇਣਾ ਔਰ ਤੁਸੀਂ ਉਹਨੂੰ ਐਜ਼ ਅ ਪ੍ਰੈਕਟਿਸ ਕਰ ਲਈ। ਠੀਕ ਹੈ, ਇੰਸ਼ੋਰੈਂਸ ਕਲੇਮ ਚੈਪਟਰ ਆਪਾਂ ਕਰਨ ਲੱਗੇ ਹਾਂ। ਧਿਆਨ ਨਾਲ ਸਮਝਣੀ ਗੱਲ, ਸਿੰਗਲ ਇੱਕ ਪੇਜ ਛੱਡ ਲਾ ਕੁਐਸਚਨ ਲਈ ਬਸ, ਬਾਅਦ 'ਚ ਦੇਖਦੇ ਉਹ ਤੋਂ ਕੋਸਟ ਕੀਤੀ ਸੀ ਗੱਲ। इंश्योरेंस क्लेम चैप्टर है ਜਿਹੜਾ ਧਿਆਨ ਕਰਨੀ ਸਪਰਸ਼। ਇਸ ਚੈਪਟਰ ਦੇ ਵਿੱਚ ਨਾਮ ਤੋਂ ਸਮਝ ਆ ਰਿਹਾ ਕਿ ਆਪਾਂ ਸਟੱਡੀ ਕਾਹਦੀ ਕਰਨੀ, ਇੰਸ਼ੋਰੈਂਸ ਕਲੇਮਸ ਦੀ। ਕਿ ਜਦ ਵੀ ਅਸੀਂ ਕੋਈ ਬਿਜ਼ਨਸ ਸਾਡੇ ਕੋਲ ਆ ਕੇ, ਅਸੀਂ ਕੌਣ ਹਾਂ ਅੱਜ, ਅਸੀਂ ਇੰਸ਼ੋਰੈਂਸ ਕੰਪਨੀ ਆ ਕਿ ਅਸੀਂ ਕਸਟਮਰ ਆ? ਅਸੀਂ ਕਸਟਮਰ ਆ। ਅਸੀਂ ਕੌਣ ਆ? ਕਸਟਮਰ ਸਾਈਡ ਤੇ ਆ। ਜਦ ਤੁਸੀਂ ਸੈਕਿੰਡ ਸੈਮ ਚ ਪੜ੍ਹਿਆ ਸੀ ਇੰਸ਼ੋਰੈਂਸ ਕੰਪਨੀਜ਼ ਤੇ ਬੈਂਕਿੰਗ ਕੰਪਨੀਜ਼, ਉਦੋਂ ਅਸੀਂ ਕਿਸ ਸਾਈਡ ਤੋਂ ਪੜ੍ਹ ਰਹੇ ਸੀ? ਕੰਪਨੀ ਵਾਲੀ ਸਾਈਡ ਤੋਂ, ਇੰਸ਼ੋਰੈਂਸ ਕੰਪਨੀ ਦੀ ਸਾਈਡ ਤੋਂ, ਸੈਕਿੰਡ ਸੈਮ ਦੀ ਕਾਰਪੋਰੇਟ ਅਕਾਊਂਟਸ ਵਿੱਚ। ਠੀਕ ਹੈ, ਆਹ ਵਾਲੀ ਅਕਾਊਂਟਸ ਨੂੰ ਕੀ ਕਰਵਾ ਰਹੀ ਇੰਸ਼ੋਰੈਂਸ ਕਲੇਮਸ, ਤਾਂ ਅਸੀਂ ਕਿਸ ਸਾਈਡ ਖੜੇ? ਕਸਟਮਰ ਵਾਲੀ ਸਾਈਡ ਤੇ। ਜਦ ਵੀ ਸਾਨੂੰ ਅਗਰ ਨੁਕਸਾਨ ਲੱਗਦਾ ਆ ਰਿਹਾ, ਕੀ ਲੱਗਦਾ? ਸਮਾਨ ਦਾ ਨੁਕਸਾਨ ਹੋ ਸਕਦਾ ਚੀਜ਼ ਦਾ, ਤਾਂ ਅਸੀਂ ਉਹਦੇ ਲਈ ਕੀ ਕਰਵਾਉਂਦੇ? ਇੰਸ਼ੋਰੈਂਸ ਕਰਵਾਉਂਦੇ। ਹੁਣ ਉਹਦੇ ਕਲੇਮਸ ਕਿੰਨੇ ਮਿਲਣੇ ਚਾਹੀਦੇ, ਕਿੰਨੇ ਨਹੀਂ, ਹੈ ਜੋ ਵੀ ਕੈਲਕੂਲੇਸ਼ਨ ਉਹ ਸਿੱਖਣੀ ਆਪਾਂ। ਮੇਨ ਇਹਦੇ ਵਿੱਚ ਕੀ ਆ, ਤੁਹਾਡੀ ਚੀਜ਼ ਦੇ ਦੋ ਤਰ੍ਹਾਂ ਦੇ ਮੈਥਡਸ ਆ। ਲਿਖੋ ਮੈਥਡਸ ਕਿੰਨੇ ਸਾਡੇ? ਟੂ ਮੈਥਡਸ ਆ ਸਾਡੇ ਕੋਲ ਸਟੱਡੀ ਲਈ। ਇੱਕ ਮੈਥਡ ਸਾਡੇ ਸਿਲੇਬਸ ਦਾ ਹੈ ਲਾਸ ਆਫ ਸਟਾਕ, ਲਾਸ ਆਫ ਸਟਾਕ, ਔਰ ਦੂਜਾ ਹੈ ਲਾਸ ਆਫ ਪ੍ਰੋਫਿਟ। ਦੇਖੋ ਕਿੰਨਾ ਵਧੀਆ ਨਾਮ, ਲਾਸ ਆਫ ਪ੍ਰੋਫਿਟ। ਲਾਸ ਆਫ ਸਟਾਕ ਮਤਲਬ ਤੁਸੀਂ ਲਾਸ ਆਫ ਸਟਾਕ ਪਾਲਿਸੀ ਜਦ ਲਈ, ਤੁਸੀਂ ਇੰਸ਼ੋਰੈਂਸ ਕੰਪਨੀ ਕੋਲੋਂ ਕੀ ਮੰਗਿਆ? ਕਲੇਮ ਕਾਹਦਾ ਕਿਹਾ ਹੋਇਆ, ਕਾਹਦਾ ਰਜਿਸਟਰ ਕਰਵਾਇਆ, ਕਿਹਦੀ ਇੰਸ਼ੋਰੈਂਸ ਪਾਲਿਸੀ ਲਈ ਆ? ਕਿ ਅਗਰ ਕਦੀ ਫਾਇਰ ਹੋ ਗਈ, ਥੈਫਟ ਹੋ ਗਈ, ਕੁਝ ਵੀ ਜਿਸ ਚੀਜ਼ ਦੀ ਵੀ ਪਾਲਿਸੀ ਲਈ ਆ, ਮੇਰਾ ਸਟਾਕ ਦਾ ਜਿਹੜਾ ਨੁਕਸਾਨ ਹੈ, ਚੋਰੀ ਹੋ ਗਿਆ ਜਾਂ ਖਰਾਬ ਹੋ ਗਿਆ, ਉਹਦੀ ਕਵਰੇਜ ਆਪਾਂ ਜਿਹੜੀ ਲੈ ਰਹੇ ਹਾਂ ਉਹ ਕਿੱਦਾਂ ਲੈ ਰਹੇ? ਲਾਸ ਆਫ ਸਟਾਕ ਪਾਲਿਸੀ ਨਾਲ। ਠੀਕ ਹੈ, ਅਰੇ ਅਗਰ ਹੁਣ ਆਪਾਂ ਕਹੀਏ ਫਾਇਰ ਇੰਸ਼ੋਰੈਂਸ ਆਪਾਂ ਪਾਲਿਸੀ ਲੈ ਰਹੇ ਹਾਂ, ਉਹ ਚ ਅਸੀਂ ਮੈਥਡ ਪਾਲਿਸੀ ਕਿਹੜੀ ਲਈ? ਲਾਸ ਆਫ ਸਟਾਕ ਮੈਥਡ ਦੀ। ਇਹ ਚ ਕੀ ਆ ਕਿ ਜਿੰਨਾ ਤੁਹਾਡਾ ਸਟਾਕ ਦਾ ਨੁਕਸਾਨ ਹੋਇਆ, ਆ ਰਿਹਾ, ਜਿੰਨਾ ਸਾਡਾ ਸਟਾਕ ਦਾ ਨੁਕਸਾਨ ਹੋਇਆ ਉਨੇ ਦਾ ਸਾਡਾ ਕਲੇਮ ਆਪਾਂ ਸੋਚਾਂਗੇ। ਲਾਸ ਆਫ ਪ੍ਰੋਫਿਟ ਕੀ ਕਹਿ ਰਿਹਾ? ਨਾਮ ਚ ਕੀ ਲਿਖਿਆ? ਲਾਸ ਆਫ ਪ੍ਰੋਫਿਟ ਮਤਲਬ ਸਰ ਜਦ ਅੱਗ ਲੱਗੀ, ਠੀਕ ਹੈ, ਸਮਾਨ ਖਰਾਬ ਹੋਇਆ, ਜਗ੍ਹਾ ਖਰਾਬ ਹੋਈ, ਜਗ੍ਹਾ ਖਰਾਬ ਹੋਈ, ਸ਼ਾਪ ਹੋਊਗੀ ਖਰਾਬ ਬੰਦੇ ਦੀ ਕਿ ਨਹੀਂ? ਹੁਣ ਜਿਹਦੀ ਸ਼ਾਪ ਵਿੱਚ ਅੱਗ ਲੱਗੀ, ਉਹਦੀ ਲੋਕੇਸ਼ਨ ਹੀ ਖਰਾਬ ਹੋ ਗਈ, ਉਹ ਨਵੀਂ ਜਗ੍ਹਾ ਸ਼ਿਫਟ ਕਰੂਗਾ ਕਿ ਨਹੀਂ? ਥੋੜੀ ਦੇਰ ਜਦ ਤੱਕ ਉਹ ਸਹੀ ਨਹੀਂ ਹੁੰਦੀ, ਮਹੀਨਾ 2 ਮਹੀਨੇ 4 ਮਹੀਨੇ ਲੱਗ ਸਕਦੇ ਨਾ ਉਹਨੂੰ ਸੈਟਲ ਹੋਣ ਨੂੰ। ਸੋ ਪੁਆਇੰਟ ਇਸ ਕਿ ਜਦ ਤੁਸੀਂ ਰਾਜੇ ਆਪਣਾ ਮੇਨ ਪਲੇਸ ਆਫ ਬਿਜ਼ਨਸ, ਆਪਣਾ ਅੱਡਾ ਛੱਡ ਦਿੰਦੇ ਹੋ, ਤੁਹਾਡਾ ਕੰਮ ਤੇ ਫਰਕ ਪਊਗਾ ਕਿ ਨਹੀਂ? ਔਰ ਜਿੱਥੇ ਤੁਹਾਨੂੰ ਆਪਣੇ ਕੰਮ ਤੇ ਹੈਬਿਟ ਪਈ ਹੋਈ ਸੀ ਇਦਾਂ ਹੀ ਕੰਮ ਕਰਨਾ ਹੈ ਨਾ, ਉਹ ਸਾਰੇ ਨੂੰ ਹੁਣ ਸਹੀ ਕਰਨਾ ਪਊਗਾ। ਸੋ ਪੁਆਇੰਟ ਇਸ ਕਿ ਉਹ ਹੈਬਿਟ ਜਿੱਥੇ ਨਵੀਂ ਜਗ੍ਹਾ ਜਾ ਕੇ ਕਿਰਾਏ ਤੇ ਵੀ ਸ਼ਾਪ ਲਈ ਆ, ਜਿੱਦਾਂ ਵੀ ਉੱਥੇ ਜਾ ਕੇ ਸਾਰੀ ਸੈਟਿੰਗ ਕਰਦੇ ਵੀ ਤਾਂ ਟਾਈਮ ਲੱਗਦਾ ਜ਼ਿਆਦਾ ਹੈ ਨਾ। ਔਰ ਕਈ ਕਸਟਮਰਸ ਨਹੀਂ ਕਹਿਣਾ ਲੈ ਹੁਣ ਇੰਨੀ ਦੂਰ ਕਿੱਥੇ ਜਾਈਏ ਜੇ ਦੂਰ ਹੋਈ ਤੁਹਾਡੀ ਸ਼ਾਪ। ਪੁਆਇੰਟ ਇਸ ਕਿ ਆਪਾਂ ਇੱਥੇ ਲਾਸ ਆਫ ਪ੍ਰੋਫਿਟ ਕੀ ਕਹਿ ਰਹੇ ਕਿ ਅੱਗ ਤਾਂ ਲੱਗੀ, ਉਹਦਾ ਡਾਇਰੈਕਟ ਇਫੈਕਟ ਤਾਂ ਕੀ ਹੈ? ਸਟਾਕ ਦਾ ਨੁਕਸਾਨ ਹੋ ਗਿਆ। डायरेक्ट इफेक्ट किया, स्टॉक का नुकसान होया, वो तो इधर कवर हो गया। बट अगर इनडायरेक्ट इफेक्ट सोचो, सर दुकान खराब हुई, 3 महीने मैनू डिसलोकेट होना पै गया अपनी जगह तो, ठीक है, 3 महीने च मेरे कस्टमर्स भी टुटे या मेरी सेल्स घट गई, उस सेल्स का इफेक्ट होया। जे सेल घटूगी प्रॉफिट भी तो घटूगा, तो ਤੁਹਾਡਾ प्रॉफिट जब घट गया तो ਉਹਨੂੰ ਕੀ ਕਹੋਗੇ? मेरा प्रॉफिट का नुकसान हो गया, दैट इज लॉस ऑफ प्रॉफिट। इसीलिए ਹੁਣ ਇਹ ਕੀ ਆ ਰਿਹਾ? डायरेक्ट इफेक्ट शो कर रहा है कि इनडायरेक्ट? लॉस ऑफ प्रॉफिट की शो कर रहा है इनडायरेक्ट। तो इसीलिए मतलब ये उस फायर के कॉन्सिक्वेंसिस तो ਜਿਹੜਾ ਨੁਕਸਾਨ ਆ ਉਹਨੂੰ ਕਵਰ ਕਰ ਰਿਹਾ। इसीलिए ਇਹਦਾ ਅਦਰ ਨੇਮ ਆਂਦਾ ਕੌਨਸੀਕੁਐਂਸ਼ੀਅਲ ਲਾਸ ਪਾਲਿਸੀ। ਲਿਖ ਲਓ ਸਾਰੇ, ਕਿਉਂਕਿ ਪੇਪਰ 'ਚ ਕਈ ਵਾਰ ਆ ਜਾਂਦਾ ਸੋਲਵ ਯੂਜ਼ਿੰਗ ਕੌਨਸੀਕੁਐਂਸ਼ੀਅਲ ਲਾਸ ਪਾਲਿਸੀ, ਬੱਚੇ ਨੂੰ ਮਤਲਬ ਹੀ ਨਹੀਂ ਪਤਾ ਹੁੰਦਾ ਕਿਹੜਾ ਹੈ ਕੌਨਸੀਕੁਐਂਸ਼ੀਅਲ ਲਾਸ ਪਾਲਿਸੀ। ठीक है, पहला केड़ा? लॉस ऑफ स्टॉक। दूजा की है लॉस ऑफ प्रॉफिट, दैट इज आल्सो कॉल्ड कॉन्सिक्वेंशियल लॉस पॉलिसी। पहले नंबर पे ਅਸੀਂ ਕਰਦੇ ਹਾਂ ਅੱਜ लॉस ऑफ स्टॉक। देखो हेडिंग लॉस ऑफ स्टॉक।
लॉस ऑफ स्टॉक। ਇਹਦੇ ਲਈ ਦੇਖੋ ਪਹਿਲਾ ਸਟੈਪ ਕੀ ਹੋਊਗਾ ਕੁਐਸਚਨ 'ਚ। ਸਭ ਤੋਂ ਪਹਿਲਾਂ ਤੁਸੀਂ ਬਣਾਉਣਾ ਟ੍ਰੇਡਿੰਗ ਅਕਾਊਂਟ। ट्रेडिंग अकाउंट किदा फॉर प्रीवियस ईयर। ट्रेडिंग अकाउंट फॉर प्रीवियस ईयर क्यों बनाना सर ਅਸੀਂ ਉੱਥੋਂ ਨਾ फाइंड करना जिन्हें ਆ ਇਦਾਂ ਨੋਟਸ ਲਿਖ ਲੈਣਾ ਉਹਨੂੰ ਅੱਧਾ ਮੈਥਡ ਤਾਂ ਇਸੀ ਇਹਨੂੰ ਪੜ੍ਹ ਕੇ ਰਿਵਾਈਜ਼ ਹੋ ਜਾ ਕਰੂਗਾ। ਠੀਕ ਹੈ ਸਭ ਤੋਂ ਪਹਿਲਾਂ ਕੀ ਬਣਾਉਣਾ ਪ੍ਰੀਵੀਅਸ ਈਅਰ ਦਾ ਟ੍ਰੇਡਿੰਗ ਅਕਾਊਂਟ ਔਰ ਉਹਦੇ ਚੋਂ ਕੀ ਫਾਈਂਡ ਕਰਨਾ ਅਸੀਂ ਗ੍ਰੋਸ ਪ੍ਰੋਫਿਟ एंड उस तो बाद ਉਹਦੇ ਨਾਲ यूज करके ग्रॉस प्रॉफिट रेशियो जीपी रेशियो फाइंड करना मेन मोटिव है साਡਾ की फाइंड करना जीपी रेशियो किदा ट्रेडिंग अकाउंट बनाना बोलो प्रीवियस ईयर ਦਾ पिछले साल ਦਾ ठीक है ਅੱਗ ਲੱਗਣ ਵਾਲੇ ਸਾਲ ਤੋਂ ਪਹਿਲਾਂ ਜਿਹੜਾ ਸਾਲ ਸੀ ठीक है उस तो बाद ਤੁਸੀਂ ਬਣਾਉਣਾ ਮੈਮੋਰੈਂਡਮ ट्रेडिंग अकाउंट ਮੈਮੋਰੈਂਡਮ ट्रेडिंग अकाउंट ਇਹ ਕਦੋਂ ਦਾ ਬਣਾਉਣਾ ਤੁਸੀਂ इस साल की स्टार्टिंग तो लेके स्टार्ट ऑफ द ईयर तो लेके अप टू द डेट ऑफ फायर कितने तक बनाना अप टू द डेट ऑफ फायर ये पूरे साल का नहीं होगा जिस दिन अग लगी उत्थे तक का अकाउंट बनूगा जिस दिन अग लगी उस दिन तक का अकाउंट बनूगा मेमोरेंडम ट्रेडिंग अकाउंट ठीक है की बनाया मेमोरेंडम ट्रेडिंग अकाउंट फ्रॉम द स्टार्ट ऑफ द ईयर टू अप टू द डेट ऑफ फायर ये लाइन ब्रैकेट वाली याद रखनी बहुत जरूरी है ठीक है ਹੁਣ ਇਹ ਚੋਂ ਆਪਾਂ ਫਾਈਂਡ ਕੀ ਕਰਨਾ ਇਹ ਚੋਂ ਅਸੀਂ ਓਵਰਆਲ ਫਾਈਂਡ ਕਰਨਾ ਆਪਣਾ क्लोजिंग स्टॉक मेमोरेंडम ट्रेडिंग चो ਅਸੀਂ क्लोजिंग स्टॉक फाइंड करना ठीक है फाइंड क्लोजिंग स्टॉक क्लोजिंग स्टॉक कैन आल्सो बी सेड ਉਹਨੂੰ ਹੋਰ ਕੀ ਕਹਿ ਸਕਦੇ ਹਾਂ ਆਪਾਂ उस दिन जिस दिन अग लगी उस दिन ਦਾ क्लोजिंग है ना मतलब एक ही है फाइंड कर रहे हैं आप स्टॉक ऑन द डेट ऑफ फायर जिस दिन अग लगी उस दिन के स्टॉक की वैल्यू फाइंड करने लिए ਅਸੀਂ एक्चुअली अकाउंट बनाया समझ रहे गल क्लोजिंग स्टॉक तो गल नहीं समझ आती की फाइंड किया उस दिन स्टॉक ऑन द डेट ऑफ फायर पर जिस दिन अग लगी उस दिन अंदर स्टॉक पिया किन्ने दा सी यस उत्थे पता लगू नुकसान कितना होया स्टॉक ऑन द डेट ऑफ फायर फिर तुसी बनानी थर्ड स्टेटमेंट थर्ड सुना एक सेकंड पहले लिखियो ना तुसी पिछली स्टेटमेंट चो पिछले मेमोरेंडम अकाउंट चो की फाइंड किया बोलो स्टॉक ऑन द डेट ऑफ फायर फाइंड कर लिया किन्ने दा सीगा ਹੁਣ ਉਹ ਉਹੀ ਡਿਸਟਰੋਏ ਹੋਇਆ ਮਤਲਬ ਉਹਦੀ ਫਾਈਂਡਿੰਗ ਉਹਦੀ ਅੱਗੇ ਤੁਹਾਨੂੰ ਪਤਾ ਹੋਊਗੀ ਸੈਲਵੇਜ ਵੈਲਿਊ ਮਤਲਬ ਕਿ ਉਹ ਸੇਲੇਬਲ ਹੈ ਕਿ ਨਹੀਂ ਜਿੰਨੇ ਤੱਕ ਵੀ ਉਹਦੀ ਸਕ੍ਰੈਪ ਵੈਲਿਊ ਹੋ ਸਕਦੀ ਹੈ ਜਿੰਨੇ ਤੇ ਉਹ ਸੇਲ ਹੋ ਪਾ ਰਿਹਾ ਸੈਲਵੇਜ ਵੈਲਿਊ ਕਿੰਨੀ ਬਚੀ ਉਹਦੀ ਸਕ੍ਰੈਪ ਵੈਲਿਊ ਉਹ ਮਾਈਨਸ ਕਰ ਦੋਗੇ ਉਹਨੇ ਦਾ ਤਾਂ ਵਿਕਦਾ ਹੀ ਪਿਆ ਇਸ ਤੋਂ ਇਹਦੇ ਡਿਫਰੈਂਸ ਤੋਂ ਪਤਾ ਚੱਲੂਗਾ ਕਿ ਸਾਡਾ ਓਵਰਆਲ ਨੁਕਸਾਨ ਕਿੰਨੇ ਦਾ ਹੋਇਆ ਸਪੋਜ਼ 1 ਲੱਖ ਦਾ ਸਟਾਕ ਸੀ 1 ਲੱਖ ਚੋਂ ਆਪਾਂ ਕਿ 5000 ਦਾ ਵਿਕਦਾ ਹੀ ਪਿਆ ਤਾਂ ਨੁਕਸਾਨ ਕਿੰਨਾ ਹੋਇਆ 95000 ਦਾ ਮੀਨਸ ਦਿਸ ਇਜ਼ ਸਟਾਕ destroyed by fire ਇਹਦੇ ਤੇ ਹੀ ਲਾਉਂਗਾ ਹੈ ਨਾ stock destroyed by fire clear है नीगा so stock on the date of fire ਸੀਗਾ ਕਿੰਨਾ ਉਹ ਸੈਲਵੇਜ ਵੈਲਿਊ ਮੀਨਸ ਕਿੰਨੇ ਦਾ ਸੇਲ ਹੋ ਜਾਊਗਾ ਐਂਡ ਓਵਰਆਲ ਪਤਾ ਚੱਲਿਆ ਸਾਡਾ ਨੁਕਸਾਨ ਕਿੰਨਾ ਹੋਇਆ that is stock destroyed by fire ठीक है लास्ट चीज सुन इंपॉर्टेंट इस तो बाद की बचती है कि क्लेम कितना मंगी है क्लेम कितना मंगी है ਹੁਣ क्लेम डिपेंड करता देखो बच्चा कहूगा जिन्ने का नुकसान क्लेम ਮੰਗ ਲਓ एग्जांपल सोचो ਇੱਥੇ 1 ਲੱਖ ਦਾ ਸਮਾਨ ਸੀ ਅਸੀਂ ਕਿਹਾ ਸਪੋਜ਼ 10000 ਦੀ ਸੈਲਵੇਜ ਵੈਲਿਊ ਹੋਗੀ ਤਾਂ 90000 ਦਾ ਸਮਾਨ ਡਿਸਟਰੋਏ ਹੋ ਗਿਆ ਯਸ ਸਾਨੂੰ ਬੱਚਾ ਕਹਿੰਦਾ 90000 ਦਾ क्लेम ਮੰਗ ਲਓ ਉਹ ਤਾਂ ਇੰਸ਼ੋਰੈਂਸ ਕੰਪਨੀ ਹੈ ਸਾਡੇ ਰਿਸ਼ਤੇਦਾਰ ਥੋੜੀ ਹੈ ਜਿੰਨੇ ਦੀ ਇੰਸ਼ੋਰੈਂਸ ਲਈ ਉਹਨੇ ਉਹਦੇ ਅਕੋਰਡਿੰਗ ਹੀ क्लेम ਮੰਗ ਸਕਦੇ ਕਿ ਜਿੰਨਾ ਨੁਕਸਾਨ ਉਹਨਾਂ ਦੇ ਜਾਊਗੇ ਤੁਹਾਨੂੰ
डिपेंड्स अपॉन ਤੁਸੀਂ ਪਾਲਿਸੀ ਕਿੰਨੇ ਦੀ ਲਈ ਹੋਈ ਸੀ ਐਸਾ ਨਾ ਕੱਲਾ ਅਸੀਂ ਨੁਕਸਾਨ ਕੈਲਕੂਲੇਟ ਕਰਕੇ ਕਲੇਮ ਨਹੀਂ ਮੰਗ ਸਕਦੇ ਪਹਿਲਾ ਮਾਈਂਡ ਬੱਚੇ ਦਾ ਇਹੀ ਕਹਿੰਦਾ ਕਿ ਸਰ ਜਿੰਨਾ ਨੁਕਸਾਨ ਉਹੀ ਕਲੇਮ ਮੰਗੋਗੇ ਇਹ ਵੀ ਤਾਂ ਡਿਪੈਂਡ ਕਰਦਾ ਕਿ ਪਾਲਿਸੀ ਕਿੰਨੀ ਸੀ ਅਗਰ ਤੁਸੀਂ ਸਾਰੀ ਪਾਲਿਸੀ ਹੋਲ ਸਟਾਕ ਤੁਹਾਡਾ ਇੰਸ਼ੋਰਡ ਸੀਗਾ ਫਿਰ ਤਾਂ ਪੂਰਾ ਕਲੇਮ ਮਿਲ ਜੂਗਾ 90,000 ਬਟ ਅਗਰ ਪਾਰਸ਼ੀਅਲ ਹੈ ਤਾਂ ਐਵਰੇਜ ਪ੍ਰੋਪੋਰਸ਼ਨ ਲਗਾਓਗੇ ਫਿਰ ਮਤਲਬ ਤੁਸੀਂ ਹੁਣ ਇਹਦੇ ਨਾਲ ਕੀ ਸੋਚਣਾ ਤੁਸੀਂ ਇਸ ਅਮਾਉਂਟ ਦੇ ਨਾਲ ਹਮੇਸ਼ਾ ਕੰਪੈਰੀਜ਼ਨ ਚ ਰੱਖਣਾ ਪਾਲਿਸੀ ਅਮਾਉਂਟ ਕੀ ਰੱਖਣਾ ਬੋਲੋ ਮੰਨ ਲਓ ਤੁਸੀਂ ਪਾਲਿਸੀ ਲਈ ਸੀ 50,000 ਅਰੇ ਜਦ ਅੰਦਰ 1 ਲੱਖ ਦਾ ਸਮਾਨ ਪਿਆ ਸੀ ਤੁਸੀਂ ਉੱਤੇ 50,000 ਦੀ ਪਾਲਿਸੀ ਲਈ ਹੋਈ ਮਤਲਬ ਹਾਫ ਤੇ ਜੇ ਸਮਾਨ 90,000 ਦਾ ਡਿਸਟਰੋਏ ਹੋਇਆ ਕਲੇਮ ਕਿੰਨਾ ਮੰਗੋਗੇ 45,000 ਦਾ ਤਾਂ ਮੇਰੇ ਗੱਲ ਸਾਰੇ ਪਹਿਲਾਂ ਈਜ਼ੀ ਕੈਲਕੂਲੇਸ਼ਨ ਤਾਂ ਇਹ ਰੱਖੀ ਵੀ ਕਲੀਅਰ ਹੋਏ ਪਹਿਲਾਂ ਕਨਸੈਪਟ ਕਲੀਅਰ ਹੋਣਾ ਜ਼ਰੂਰੀ ਹੈ ਜੇ 1 ਲੱਖ ਦਾ ਸਮਾਨ ਅੰਦਰ ਸੀਗਾ ਪਾਲਿਸੀ ਤੁਹਾਡੀ ਸਿਰਫ 50,000 ਦੀ ਸੀ ਮਤਲਬ ਹਾਫ ਸਮਾਨ ਹੀ ਇੰਸ਼ੋਰਡ ਸੀਗਾ ਨਾ ਤਾਂ ਫਿਰ 90,000 ਦਾ ਜੇ ਡਿਸਟਰੋਏ ਹੋਇਆ ਤੇ ਹਾਫ ਕਲੇਮ ਹੀ ਮਿਲੂਗਾ ਇਹ ਕੀ ਲੱਗੀ ਪ੍ਰੋਪੋਰਸ਼ਨਲ ਜਿਹਨੂੰ ਇੱਥੇ ਟੈਕਨੀਕਲ ਨੇਮ ਯੂਜ਼ ਹੋਣਾ ਐਵਰੇਜ ਕਲੌਜ਼ ਠੀਕ ਹੈ ਨਾ ਐਵਰੇਜ ਕਲੌਜ਼ ਇਸ ਐਪਲੀਕੇਬਲ ਅਗਰ ਇੱਥੇ ਪਾਲਿਸੀ ਅਮਾਉਂਟ ਮੰਨ ਲਓ 2 ਲੱਖ ਹੁੰਦਾ 1 ਲੱਖ ਤੋਂ ਉੱਪਰ ਕੁਝ ਵੀ ਹੁੰਦਾ ਤਾਂ ਸਾਰਾ ਸਟਾਕ ਇੰਸ਼ੋਰਡ ਹੀ ਆ ਫੁੱਲ ਕਹਿ ਲਓ 1 ਲੱਖ ਹੀ ਹੁੰਦਾ ਤਾਂ ਵੀ ਸਾਰਾ ਇੰਸ਼ੋਰਡ ਹੀ ਆ ਜੇ ਪੂਰਾ ਇੰਸ਼ੋਰਡ ਹੈ ਤਾਂ ਜਿੰਨਾ ਨੁਕਸਾਨ ਫਿਰ ਇਹੀ ਤੁਸੀਂ ਕਹਿ ਸਕਦੇ ਕਿ ਕਲੇਮ ਵੀ ਇੰਨਾ ਹੀ ਮੰਗੋਗੇ ਫਿਰ ਤਾਂ ਇੱਥੇ ਸਲੈਸ਼ ਪੈ ਜਾਣਾ ਕਿ ਸਰ ਜਿੰਨਾ ਨੁਕਸਾਨ ਹੋਇਆ ਉਨਾ ਹੀ ਕਲੇਮ ਆਪਾਂ ਮੰਗਾਂਗੇ यस और नो बट पॉइंट इज कि अगर अगर पॉलिसी छोटी सी सो ਅਸੀਂ ਕੀ ਸੋਚਣਾ ਇੱਕ ਆ ਪੁਆਇੰਟ ਹੈ ਸਾਡਾ ਔਰ ਦੂਜਾ ਸਾਡਾ ਪॉलिसी ਅਮਾਉਂਟ ਵਾਲਾ ਹੈ ਦੋਨਾਂ ਦਾ ਕੰਪੈਰੀਜ਼ਨ ਸੋਚਣਾ ए और बी ਸ਼ਾਰਟ ਚ ਲਿਖਵਾ ਦੂੰਗਾ ਤੁਹਾਨੂੰ ਪਹਿਲੀ ਗੱਲ ਤੁਸੀਂ ਦੱਸੋ ਇਫ ਮੰਨ ਲਓ ਇਹ A या ਇਹ B ਹੈ ਮੰਨ ਲਓ A ਤੇ B ਸਟਾਕ ਉਸ ਦਿਨ ਸੀਗਾ ਕਿੰਨੇ ਦਾ A ਵੈਲਿਊ ਲੈ ਲਈ ਪਾਲਿਸੀ ਕਿੰਨੇ ਦੀ ਆ B ਦੀ ਹੁਣ ਅਗਰ ਮੈਨੂੰ ਦੱਸੋ ਇਫ A ਇਜ਼ ਗ੍ਰੇਟਰ ਦੈਨ B ਮਤਲਬ ਸਟਾਕ ਜ਼ਿਆਦਾ ਸੀ ਕਿ ਪਾਲਿਸੀ ਵੱਡੀ ਸੀ ਸਟਾਕ ਜ਼ਿਆਦਾ ਸੀ ਕੀ ਐਵਰੇਜ ਕਲੌਜ਼ ਲੱਗਣਾ ਕਿ ਨਹੀਂ ਲੱਗੂਗਾ ਪ੍ਰੋਪੋਰਸ਼ਨਲ ਲੱਗੂਗਾ ਸਟਾਕ ਜ਼ਿਆਦਾ ਸੀ ਪਾਲਿਸੀ ਛੋਟੀ ਸੀ ਹੈ ਨਾ ਤਾਂ ਇਹਦੇ ਨਾਲ ਤੁਸੀਂ ਲਿਖਣਾ ਇਫ A ਇਜ਼ ਗ੍ਰੇਟਰ ਦੈਨ B A B ਹੁਣ ਤੁਸੀਂ ਕੁਝ ਵੀ ਉੱਪਰ ਨੀਚੇ ਇੱਕ ਫਿਕਸ ਕਰ ਲਿਓ ਆਪਣੇ ਲਈ ਕੀ ਲੈਣਾ ਠੀਕ ਹੈ ਐਵਰੇਜ ਕਲੌਜ਼ ਇਜ਼ ਐਪਲੀਕੇਬਲ एवरेज क्लॉज इज एप्लीकेबल मतलब देयरफॉर क्लेम टू बी लॉस्ट कितना कटोगे क्लेम टू बी लॉस्ट कितना होगा इन्हों मैं फिलहाल ਤੁਹਾਨੂੰ ਸਮਝਾਉਣ ਲਈ ਸੀ ਪੁਆਇੰਟ ਲਿਖਦਾ ਕਰਨਾ ਕੀ ਹੈ ਸੀ ਦੇ ਉੱਤੇ ਪ੍ਰੋਪੋਰਸ਼ਨ ਲੱਗਣੀ ਕਿਹੜੀ ਇਨਟੂ ਕੀ ਕਰਨਾ ਹੁਣ ਜੇ 90,000 90,000 ਇੰਟੂ 50,000 ਬਾਈ 1 ਲੱਖ ਕਰੋਗੇ ਠੀਕ ਹੈ ਨਾ ਸੋ ਪਾਲਿਸੀ ਅਮਾਉਂਟ ਸਾਡੀ ਕਿੱਥੇ ਆ ਜਾਊਗੀ ਸੋ ਇੱਥੇ ਆ ਗਿਆ ਇਸ ਅਕੋਰਡਿੰਗ B ਬਾਈ A ਆ ਗਿਆ ਨਾ ठीक है और अगर ਤੁਹਾਡਾ ਕੀ ਆ if B is greater than A ਤਾਂ एवरेज क्लॉज लगाने की कोई लोड़ नहीं एवरेज क्लॉज इज नॉट एप्लीकेबल ਤਾਂ देयरफॉर क्लेम टू बी लॉस्ट कितना आ जाऊगा सीधा ही C ਦੇ ਬਰਾਬਰ है ना कितना आ जाऊगा सीधा C ਦੇ ਬਰਾਬਰ ਕਿ ਨੋਟਸ ਬਣ ਗਏ ਹੁਣ ਇਹ ਚੀਜ਼ ਤੁਹਾਨੂੰ ਅਗਰ ਥਿਓਰੈਟੀਕਲ ਵੀ ਪੁੱਛ ਲੈਣ ਥਿਊਰੀ 'ਚ ਵੀ ਸਾਰੀ ਗੱਲਾਂ ਲਿਖ ਸਕਦੇ ਆਪਾਂ ਕਿ ਨਹੀਂ ਪੇਪਰ 'ਚ ਦੋਨਾਂ 'ਚੋਂ ਇੱਕ ਮੈਥਡ ਦਾ ਪ੍ਰੈਕਟੀਕਲ ਤੇ ਇੱਕ ਦੇ ਥਿਊਰੀ ਮਿਲਦੀ ਆ 15 ਨੰਬਰ तो ਆਪਾਂ ਸਮਝ ਪੂਰਾ ਲੈਣਾ ਡਿਟੇਲ 'ਚ ਜਿਹਦਾ ਪ੍ਰੈਕਟੀਕਲ ਆ ਗਿਆ ਉਹ ਵੀ ਬੈਸਟ ਹੈ ਤੇ ਜਿਹਦੀ ਥਿਊਰੀ ਆ ਗਈ ਉਹ ਵੀ ਬੈਸਟ ਹੈ ਚੈਪਟਰ ਇੰਨਾ ਇੰਪੋਰਟੈਂਟ ਸਮਝ ਰਹੇ ਕਿਉਂਕਿ ਸਾਡੇ ਕੋਲ ਥਿਊਰੀ ਲਈ ਬਹੁਤ ਕੁਝ ਹੈਗਾ ਲਿਖਣ ਲਈ ਨਾਲ ਮੀਨਿੰਗ ਐਂਡ ਆਲ ਮਾੜੇ ਐਡ ਦੀ ਥਿਊਰੀ ਲਾਈਨਸ ਵੀ ਐਡ ਕਰ ਦਾਂਗੇ ਬਟ ਇਹਨੂੰ ਐਕਸਪਲੇਨ ਕਰਨ ਦੇ ਕੇਸਿਸ ਐਡ ਐਗਜ਼ਾਮਪਲ ਦੇ ਕੇ ਕਰ ਦਾਂਗੇ ਬਸ ਪੇਪਰ ਜੋ ਮਰਜ਼ੀ ਕਰੀ ਜਾ ਜਿੰਨਾ ਕੁਝ ਇਹਦੇ ਕੁਐਸਚਨਸ ਸਿੱਖਣਾ ਆ ਉਹ ਇਹਦੇ ਲਈ ਐਗਜ਼ਾਮਪਲ ਬਣ ਜਾਊਗਾ ਤੁਹਾਡੇ ਕੋਲ ਕਿੱਥੇ ਤੱਕ ਲਿਖਿਆ ਹੁਣ ਤੁਸੀਂ सेकंड तक लिखो जल्दी बोलो आ क्लियर है ना ठीक है क्वेश्चन देखिए
सारे देखो क्वेश्चन नंबर 1। क्वेश्चन 1 ने की बोलिया, फायर अकर्ड ऑन 15 सितंबर 2015। फायर किस दिन हुई? 15 सितंबर 2015 इन द गोडाउन ऑफ मैसर ए एंड बी। फ्रॉम द फॉलोइंग फिगर्स असर्टेन द क्लेम टू बी लॉस्ट। कितना क्लेम लॉन्च करिए? पहली चीज गिवन है ओपनिंग स्टॉक कदों का? 1 अप्रैल 15 का। परचेजेस गिवन है 1 अप्रैल 15 तो अप टू द डेट ऑफ फायर। सेल्स दी 1 अप्रैल 15 तो अप टू द डेट ऑफ फायर। देन दिता मैन्युफैक्चरिंग एक्सपेंसेस एंड वेजेस, गुड्स यूज्ड बाय देमसेल्व्स एट कॉस्ट। रेट ऑफ जीपी देता 30% ऑन कॉस्ट। स्टॉक सैलवेज वाज 36,000। पहली चीज की ट्रेडिंग वाली फील आ रही है तो क्वेश्चन के नहीं? ਤੁਹਾਨੂੰ ਇੱਥੋਂ 90% ਅਪਰੋਕਸੀਮੇਟ ਲੱਗ ਜਾਊਗਾ ਕਿ ਮੈਥਡ ਅਗਰ ਕੁਝ ਨਹੀਂ ਕਹਿਦਾ ਕਿਹੜਾ ਮੈਥਡ ਆ ਇੱਥੇ ਲਾਸ ਆਫ ਸਟਾਕ ਦਿਖ ਰਿਹਾ। ਕਲੈਰਿਟੀ ਸਾਰੀ ਹਲੇ ਕਰਦੇ ਕਰਦੇ ਹੋ ਜਾਊਗੀ। ਮੈਨੂੰ ਦੱਸੋ ਤੁਸੀਂ ਲਾਸ ਆਫ ਸਟਾਕ ਚ ਪਹਿਲਾ ਸਟੈਪ ਕੀ ਲਿਖਿਆ? ਟ੍ਰੇਡਿੰਗ ਅਕਾਊਂਟ ਪਿਛਲੇ ਸਾਲ ਦਾ। ਮੈਨੂੰ ਪਿਛਲੇ ਸਾਲ ਦਾ ਡਾਟਾ ਹੀ ਨਹੀਂ ਦਿੱਤਾ। ਪਿਛਲੇ ਸਾਲ ਦਾ ਡਾਟਾ ਨਹੀਂ ਦਿੱਤਾ ਮੈਨੂੰ। ਜਿਹੜੀਆਂ ਦੇਖੋ ਪਰਚੇਜ਼ ਆ ਸੇਲ ਆ ਕਾਹਦੀ ਦਿੱਤੀ? ਇਸ ਸਾਲ ਦੀ ਸਟਾਰਟਿੰਗ ਤੋਂ ਅਪ ਟੂ ਦ ਡੇਟ ਆਫ ਫਾਇਰ ਇਹ ਕਿੱਥੇ ਕੰਮ ਆਣੀ? ਮੈਮੋਰੈਂਡਮ ਚ ਆਪਾਂ ਕਿਹਾ ਨਾ ਪਹਿਲਾਂ ਮੈਂ ਕਿਹਾ ਡੇਟਸ ਬ੍ਰੈਕਟ 'ਚ ਡੇਟਸ ਲਿਖਵਾਈਆਂ ਕਿ ਜਿਹੜਾ ਟ੍ਰੇਡਿੰਗ ਅਕਾਊਂਟ ਆ ਉਹ ਬਣਾਉਣਾ ਪ੍ਰੀਵੀਅਸ ਈਅਰ ਦਾ, ਜਿਹੜਾ ਮੈਮੋਰੈਂਡਮ ਬਣਾਉਣਾ ਇਸ ਸਾਲ ਦੀ ਸਟਾਰਟਿੰਗ ਤੋਂ ਅਪ ਟੂ ਦ ਡੇਟ ਆਫ ਫਾਇਰ। ਤੇ ਇਹਦੇ ਅਪ ਟੂ ਦ ਡੇਟ ਆਫ ਫਾਇਰ ਵਾਲਾ ਡਾਟਾ ਲੀਜੇ ਮੈਮੋਰੈਂਡਮ ਦਾ ਆ। ਮੈਨੂੰ ਆ ਦੱਸੋ ਟ੍ਰੇਡਿੰਗ ਅਕਾਊਂਟ ਦੇ ਨਾਲ ਰੀਜ਼ਨ ਕੀ ਲਿਖੀ ਸੀ ਕਿਉਂ ਬਣਾਉਣਾ? जीपी रेशियो। राजा जीपी रेशियो दिता ही है मतलब क्वेश्चन च स्टेप 1 की कोई लोड नहीं। स्टेप 1 की कोई जरूरत नहीं है। डिपेंडिंग उन्हें साडी हेल्प करती। जीपी रेशियो पहले ही दिता वो दिता ऑन कॉस्ट आ वो आप पढ़ लांगे ध्यान। ठीक है सैलवेज देती ठीक है मतलब तनिषा फर्स्ट स्टेप साडा हो चुका। सेकंड केड़ा चाहिए? मैमोरेंडम ट्रेडिंग। एक गल दसो होर जीपी का चलो इदा करेंगे बॉक्स बना लेंगे। लिखो मैमोरेंडम ट्रेडिंग अकाउंट। मैमोरेंडम ट्रेडिंग अकाउंट इहदे नाल की लिखना कितों कितने तक बनाई दा है? अप टू द डेट ऑफ फायर। इस क्वेश्चन का डेट्स गिवन ही हैं। स्टार्टिंग कदों 1 अप्रैल 15 और अप टू द डेट ऑफ फायर मीन्स 15 सितंबर 15। तो 1 अप्रैल 15 तो 15 सितंबर 15। ये बनया मैमोरेंडम ट्रेडिंग अकाउंट। फॉर्मेट अपना वही पर्टिकुलर अमाउंट डेबिट एंड क्रेडिट। पहली चीज ट्रेडिंग अकाउंट या मेमोरेंडम ट्रेडिंग चांदी की डेबिट साइड टू ओपनिंग स्टॉक लिखो सब तो पहला टू ओपनिंग स्टॉक। पूर्वी ओपनिंग स्टॉक किस डेट का होगा? 1 अप्रैल 15 वेरीफाई भी हो गया। 1 अप्रैल 15 का स्टॉक गिवन है 1,05,300 या सर लिखो 1,05,300। किसी ने आगे नहीं जाना ठीक है। सेकंड स्टेप टू परचेजेस। परचेजेस ली सानू इस अकाउंट की डेट पता ना 1 अप्रैल 15 तो अप टू द डेट ऑफ फायर ही है ना। परचेजेस ध्यान ना देखो सानू 1 अप्रैल 15 तो अप टू द डेट ऑफ फायर दी 3,50,400 पर ਇਹਦੇ ਵਿੱਚ ਅੱਜ ਐਡਜਸਟਮੈਂਟ ਵੀ ਆ ਕਿਹੜੀ? ਯੈਸ ਗੁੱਡਸ ਯੂਜ਼ਡ ਬਾय द ਪਾਰਟਨਰਸ themselves at cost। ਇਹਦਾ ਕੀ ਕਰਦੇ ਸੀ? ਇਹ ਕੀ ਹੈ ਡਰਾਇੰਗਸ ਆਫ ਗੁੱਡਸ। ਇਹ ਕੀ ਆ ਡਰਾਇੰਗਸ ਆਫ ਗੁੱਡਸ। ਫਾਈਨਲ ਅਕਾਊਂਟ 'ਚ ਇਸ ਗੱਲ ਸਾਰੀ ਆਪਾਂ ਕੀਤੀ ਹੋਈ ਆ। ਸੋ ਡਰਾਇੰਗਸ ਆਫ ਗੁੱਡਸ जब तुसी अपनी शॉप का समान खुद यूज कर लिया तो ड्राइंग्स आ और वो तुसी माइनस करते हो परचेजेस चो क्योंकि वो समान बाहर गया थोड़े काम चो सेल नहीं हुई पर वो बाहर चला गया था इसलिए परचेजेस चो माइनस करते हो ड्राइंग्स ऑफ गुड्स और कद से माइनस करते हो कॉस्ट प्राइस से कि सेलिंग प्राइस से? कॉस्ट से क्योंकि जब तुसी अगर ਤੁਹਾਡੇ ਕੋਲ 30 रुपीज़ की कोई चीज़ है ਜਿਹੜੀ ਤੁਸੀਂ 30 ਦੀ ਸੇਲ ਕਰਦੇ ਹੋ ਤੁਹਾਨੂੰ ਪਈ ਸੀ 25 ਦੀ तो तुसी तो कहोगे मैं 25 रुपए की चीज खा ली क्योंकि अपने लिए तो कॉस्ट ही सोचोगे। तो ड्राइंग्स हमेशा कितने माइनस करनी? कॉस्ट प्राइस से तो इन्हें कॉस्ट देता ही है
नहीं दिता ਹੁੰਦਾ ਤਾਂ ਮੈਨੂੰ ਪਹਿਲਾਂ ਸੈਲਿੰਗ ਪ੍ਰਾਈਸ ਤੋਂ ਕਾਸਟ ਤੇ ਆਣਾ ਪੈਣਾ, ਅੱਗੇ ਇਦਾਂ ਦੇ ਕੁਐਸਚਨ ਵੀ ਆਣੇ ਆ। ਜਦ ਡਰਾਇੰਗਸ ਆਫ ਗੁੱਡਸ ਉਹਨੇ ਦਿੱਤੀ ਹੋਣੀ ਸੈਲਿੰਗ ਪ੍ਰਾਈਸ ਤੇ, ਮੈਂ ਉਹਦੇ ਤੇ ਵੀ ਮੈਜਿਕ ਬਾਕਸ ਲਗਾ ਕੇ ਉਹਦਾ ਕਾਸਟ ਕੱਢੂੰਗਾ, ਕਿਉਂਕਿ ਮਾਈਨਸ ਆਫ ਕੀ ਕਰਨਾ ਡਰਾਇੰਗਸ ਆਫ ਗੁੱਡਸ ਐਟ ਕਾਸਟ ਪ੍ਰਾਈਸ। ਸੋ 10,500 ਦਾ ਸਮਾਨ ਤਾਂ ਕੀ ਆ ਆਪਾਂ ਖੁਦ ਯੂਜ਼ ਕਰ ਲਿਆ। ਤਾਂ ਪਰਚੇजेस ਕਿੰਨੀ ਆ 3,50,400, ਇੱਥੇ ਲਿਖੋ 3,50,400 ਮਾਈਨਸ drawings brackets cost 10,500 करो कितना आ गया, कितना 339,900। क्लियर, ठीक है। नेक्स्ट देखो और क्या देता, साढ़े को आ हो गया, परचेज हो गया और आ वाला पॉइंट हो गया। फिर देता सेल्स कितनी 6,76,000, ਉਹਦੀ ਕੋਈ ਸੇਲ ਰਿਟਰਨ ਤਾਂ ਨਹੀਂ ਹੈ, परचेज में कोई परचेज रिटर्न था नहीं जी, नहीं। सेल्स एज इट इज पाओ लिखो, बाय सेल्स 6,76,000, 6,76,000, ठीक है। उस तो बाद मैन्युफैक्चरिंग एक्सपेंसिस, ये भी ट्रेडिंग चाहता है, ट्रेडिंग अकाउंट चाहता कि नहीं। मैन्युफैक्चरिंग मतलब प्रोडक्शन का खर्चा, प्रोडक्शन के खर्चे आने हैं, ठीक है। जेडे इनडायरेक्ट खर्चे होंगे वो P&L च जाते हैं। मैन्युफैक्चरिंग सिंपल हूँ, जेडे बच्चे आ नहीं क्लियर कि डायरैक्ट एक्सपेंस केड़े इनडायरैक्ट केड़े, वो इन्ना माइंड च रख लो। डायरैक्ट एक्सपेंस लिए 3 कीवर्ड्स याद रखने, केड़े केड़े याद आ, प्रोडक्शन रिलेटेड, प्रोडक्शन मैन्युफैक्चर, फिर फैक्ट्री रिलेटेड या परचेज रिलेटेड। जेडे भी सेल रिलेटेड आओ P&L च चलना, तो प्रोडक्शन या मैन्युफैक्चर, परचेज ते केड़ा क्या होना फैक्ट्री, फैक्ट्री वो सारे इतने आऊगा डायरेक्ट। सो मैन्युफैक्चरिंग पता लग रहा है प्रोडक्शन रिलेटेड आ, सो कितना आऊगा 2,60,000। अगली चीज क्वेश्चन च ग्रॉस प्रॉफिट की रेशियो दी है, सो लिखो 2 ग्रॉस प्रॉफिट पर यदि की जीपी रेशियो मैनू आज सेल्स से दिता कि कॉस्ट से, कॉस्ट से देता था की बनावांगे, बॉक्स सोच लिए साइड पे लिखो कॉस्ट प्लस प्रॉफिट इज इक्वल टू सेल्स, कॉस्ट प्लस प्रॉफिट इज इक्वल टू सेल्स। अरे कितना जीपी रेशियो देता 30% ऑन कॉस्ट, तो 30 पाओगे प्रॉफिट थे, 100 कितने लिखना कॉस्ट थे, तो सेल्स कितने हो गया वो 130। ਤੁਹਾਨੂੰ ਚਾਹੀਦਾ ਕੀ ਆ प्रॉफिट कितना, जीपी फाइंड करना तुसी, ठीक है। COGS प्लस जीपी लिख लो, चाहे चाहे कॉस्ट प्लस प्रॉफिट लिख लो, कोई नहीं। सो सानू वैल्यू किहदी पता अज सेल्स की, तुसी फाइंड करना ग्रॉस प्रॉफिट। सो जिथे जाना मल्टीप्लाई, जिथे है डिवाइड। सो 30 बाय 130 करो, तो जीपी साढ़े को आ गया 1,56,000, इतने पुट कर दो। बैलेंस क्या आ जाएगा बाय क्लोजिंग स्टॉक। और याद है ਤੁਹਾਨੂੰ कि मैं स्टेप्स ਵਿੱਚ ਲਿਖਵਾਇਆ कि ये ਮੈਮੋਰੈਂਡਮ ਅਕਾਊਂਟ ਤੁਸੀਂ ਬਣਾਉਂਦੇ ਕੀ फाइंड ਕਰਨ ਲਈ ਹੋ क्लोजिंग स्टॉक। ਸਾਨੂੰ ਮੇਨ ਮੁੱਦਾ ਆ जिस दिन सर फायर हुई, जिस दिन अग लगी उस दिन ਸਾਡੇ को किन्ने ਦਾ स्टॉक ਪਿਆ ਸੀ। इसलिए ओपनिंग पता, परचेज पता, खर्चे पता, सेल्स पता, सेल्स ਤੇ प्रॉफिट रेशियो लगा के ਆਪਾਂ एस्टीमेट ਕਰਦੇ कि ਸਾਡਾ क्लोजिंग स्टॉक किन्ने ਦਾ ਉੱਥੇ ਪਿਆ ਸੀ। रीजन समझ रहे सारे, यस और नो। टोटल आया 861,200, 1,85,200। तो साडा स्टेप 2 हो गया, स्टेप 1 की लोड़ नहीं पई ना, चलेगा फिर, ठीक है। ठीक है, साडा स्टेप 1 की सी ट्रेडिंग अकाउंट, उत्ते दी जीपी रेशियो चाहिए चाहिए होंदा सी तां, बट जीपी रेशियो क्वेश्चन च
गिवन सी, इसलिए साडा स्टेप 1 ਦੀ नीड ਅੱਜ नहीं सी। स्टेप 2 की फाइंड करना, क्लोजिंग स्टॉक उस दिन ਦਾ। ਹੁਣ ਜਦ ਇਹ क्लोजिंग स्टॉक मिल गया कि जिस दिन सर ਅੱਗ ਲੱਗੀ ਉਸ ਦਿਨ ਕਿੰਨੇ ਦਾ ਸਟਾਕ ਪਿਆ ਸੀ, ਮਿਲ ਗਿਆ ਸਾਨੂੰ। तो हम थर्ड फॉर्मेट लिखो, स्टेटमेंट शोइंग क्लेम टू बी लॉस्ट। क्लेम टू बी लॉस्ट। तो सब तो पहली चीज इतनी लिख दे, स्टॉक ऑन द डेट ऑफ फायर। जिस दिन फायर सी उस दिन उत्ते किन्ने दा समान पिया सी, बोलो जेड़ा तुसी उस दिन क्लोजिंग फाइंड किया, दैट इज 1,85,200। उचों वो किन्ने दा सेल हो पा रहा, दैट इज सैलवेज वैल्यू। सैलवेज सानू गिवन है 36,000। तो इतने आया साढ़े को स्टॉक डिस्ट्रॉयड बाय फायर, 1,49,200। स्टॉक डिस्ट्रॉयड बाय फायर। मैंने दसो कि क्वेश्चन पॉलिसी अमाउंट दिता कितने, नहीं फिर ਇਹਦੇ ਨਾਲ ਹੀ स्लैश पा के लिख दो क्लेम टू बी लॉस्ट। स्लैश पा के ਇਹਨੂੰ ही लिख दो क्लेम टू बी लॉस्ट। जब पॉलिसी अमाउंट रितिश नहीं गिवन तो इदा करते ਇਹਨੂੰ ही क्लेम लिख देना, अदरवाइज नीचे सॉल्व करेंगे प्रोपोर्शनल लगा के। इजी है, बिल्कुल टेक्निकल लॉजिकल चल रहे हैं, कोई दिक्कत नहीं। आगे चलो।